ਲੱਗਦਾ ਤੁਹਾਨੂੰ ਵੀ ਇਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈਗੀ? ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਉੱਥੇ ਜਨਾਨੀ ਭੇਜੀ, ਸਾਰਾ ਕੁਝ ਕਰਾ ਲਿਆ, ਮਨਸ਼ਾ ਕੀ ਹੋ ਸਕਦੀ ਉਹਨਾਂ ਲੋਕਾਂ ਦੀ? ਕੀ ਲੱਗਦਾ ਤੁਹਾਨੂੰ? ਪਰ ਜੇ ਇਹ ਨਹੀਂ ਸਾਨੂੰ ਕੋਈ ਇਨਸਾਫ ਮਿਲਿਆ ਤੇ ਸਭ ਲੋਕਡਾਊਨ ਵਗੈਰਾ ਟੁੱਟ ਜਾਵੇਗਾ ਤੇ ਅਸੀਂ ਤਿੱਖਾ ਪ੍ਰਦਰਸ਼ਨ ਕਰਾਂਗੇ, ਜਿਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਵੇਗਾ। ਹੁਸ਼ਿਆਰਪੁਰ ਤੋਂ ਟਾਂਡਾ ਰੋਡ ਰਸਤੇ ਵਿੱਚ ਕਸਬਾ ਪੈਂਦਾ ਬੁੱਲੋਵਾਲ ਦੇ ਇੱਕ ਚੌਂਕ ਵਿੱਚ ਆਪਾਂ ਖੜੇ ਹੈਗੇ ਇਸ ਵੇਲੇ। ਪਿੱਛੇ ਤੁਸੀਂ ਦੇਖ ਸਕਦੇ ਆ ਪ੍ਰੋਟੈਸਟ ਹੋ ਰਿਹਾ ਹੈਗਾ, ਨੌਜਵਾਨ ਕਾਫੀ ਵੱਡੀ ਗਿਣਤੀ ਵਿੱਚ ਖੜੇ ਨੇ ਔਰ ਦਰੀਆਂ ਵਿਛ ਚੁੱਕੀਆਂ ਨੇ। ਤੁਸੀਂ ਦੇਖ ਸਕਦੇ ਆ ਦਰੀਆਂ ਦੇ ਉੱਪਰ ਨੌਜਵਾਨ ਬੈਠ ਚੁੱਕੇ ਨੇ। ਮਸਲਾ ਕੀ ਹੈਗਾ ਆਖਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਰੋਨਾ ਵਾਇਰਸ ਦਾ ਸਹਿਮ ਲੋਕਾਂ ਦੇ ਵਿੱਚ ਫੈਲਿਆ ਹੋਇਆ ਵੀ ਇਹਨਾਂ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਕਿਉਂ, ਮੁਜ਼ਾਹਰੇ ਕਿਉਂ ਹੋ ਰਹੇ ਨੇ, ਲੋਕ ਸੜਕਾਂ ਦੇ ਉੱਪਰ ਇੰਨੀ ਗਰਮੀ ਦੇ ਵਿੱਚ ਆਖਰ ਆਉਣ ਵਾਸਤੇ ਮਜਬੂਰ ਕਿਉਂ ਹੋ ਚੁੱਕੇ ਨੇ? ਸਾਡੇ ਨਾਲ ਵਿਕਾਸ ਹੰਸ ਜੀ ਹੈਗੇ ਨੇ, ਆਪਾਂ ਉਹਨਾਂ ਦੇ ਕੋਲੋਂ ਲੈਂਦੇ ਹਾਂ ਸਾਰੀ ਜਾਣਕਾਰੀ ਵੀ ਮਸਲਾ ਕੀ ਹੈਗਾ। ਵਿਕਾਸ ਜੀ, ਮਸਲਾ ਕੀ ਹੈਗਾ? ਇੰਨੀ ਗਰਮੀ ਆ, ਕਰੋਨਾ ਵਾਇਰਸ ਦਾ ਕਹਿਰ ਹੈਗਾ ਔਰ ਨੌਜਵਾਨ ਸੜਕਾਂ ਦੇ ਉੱਪਰ ਦਰੀਆਂ ਵਿਛਾ ਕੇ ਸੜਕਾਂ ਦੇ ਉੱਪਰ ਕਿਉਂ ਉਤਰੇ ਤੁਸੀਂ ਅੱਜ? ਸਾਰੇ ਸਾਥੀਆਂ ਨੂੰ ਜੈ ਵਾਲਮੀਕੀ, ਹਰ ਹਰ ਵਾਲਮੀਕੀ। ਅੱਜ ਬੁੱਲੋਵਾਲ ਦੇ ਵਿੱਚ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸਰਕਾਰ ਦੇ ਖਿਲਾਫ, ਤੁਸੀਂ ਜਾਣੂ ਹੋਵੋਗੇ ਕਿ ਅੰਮ੍ਰਿਤਸਰ ਦੇ ਵਿੱਚ ਭਗਵਾਨ ਵਾਲਮੀਕੀ ਧਰਤੀ ਤੀਰਥ ਦੇ ਵਿੱਚ ਗੱਦੀ ਨਸ਼ੀਨ ਗਿਰਧਾਰੀ ਨਾਥ ਜੀ ਤੇ ਸੂਰਜਨਾਥ ਜੀ, ਜਿਨ੍ਹਾਂ ਨੂੰ 66-76 ਦੇ ਕੇਸ ਦੇ ਵਿੱਚ ਅਰੈਸਟ ਕਰ ਲਿੱਤਾ ਗਿਆ ਵਾ, ਕਿਉਂਕਿ ਉਹ ਜਿਹੜਾ ਪਰਚਾ ਵਾ ਝੂਠਾ ਵਾ, ਸਾਫ਼ ਇਹ ਇੱਕ ਮਨੂਵਾਦੀ ਸੋਚ ਦੀ, ਮਨੂਵਾਦੀ ਸਰਕਾਰਾਂ ਦੀ ਪਲੈਨਿੰਗ ਆ। ਉੱਥੇ ਲੇਡੀਜ਼ ਨੂੰ ਭੇਜ ਕੇ ਉਹਨਾਂ ਨੂੰ ਰੱਖ ਕੇ ਉਹਨਾਂ 'ਤੇ ਇਲਜ਼ਾਮ ਲਗਾਇਆ ਗਿਆ ਬਾਬਿਆਂ 'ਤੇ। ਉਹਨਾਂ ਦੀ ਏਜ 70+ ਵਾ। ਕੋਈ ਵੀ ਇੱਦਾਂ ਦਾ ਨਹੀਂ, ਸ਼ੁਰੂ ਤੋਂ ਗੱਦੀ 'ਤੇ ਬੈਠੇ ਨੇ। ਇਹ ਸਾਰਾ ਜਿਹੜਾ ਮਸਲਾ ਹੋਇਆ ਪਲੈਨਿੰਗ ਨਾਲ ਹੋਇਆ। ਅੱਜ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਆ। ਅੱਜ ਬੁੱਲੋਵਾਲ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ, ਪੁਤਲਾ ਫੂਕਿਆ ਜਾ ਰਿਹਾ ਵਾ। ਉਹਦੇ ਸੰਬੰਧ ਦੇ ਵਿੱਚ ਅੱਜ ਬਾਲਮੀਕ ਸਮਾਜ ਜਿਹੜਾ ਵਾ ਬੁੱਲੋਵਾਲ ਦੇ ਵਿੱਚ ਇਕੱਠਾ ਹੋਇਆ। ਮੈਂ ਜਿੰਨੇ ਵੀ ਦਰਸ਼ਕ ਗੱਲਬਾਤ ਨੂੰ ਸੁਣ ਰਹੇ ਨੇ, ਇਹਨਾਂ ਨੇ ਧਾਰਾ ਬੋਲੀ ਹੈਗੀ ਆ 66-76। 66 ਦਾ ਮਤਲਬ ਹੁੰਦਾ ਹੈਗਾ ਜ਼ਬਰੀ ਕਿਸੇ ਦੇ ਨਾਲ ਬਲਾਤਕਾਰ ਕਰਨਾ। ਕੀ ਲੱਗਦਾ ਤੁਹਾਨੂੰ ਵੀ ਇਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈਗੀ? ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਉੱਥੇ ਜਨਾਨੀ ਭੇਜੀ, ਸਾਰਾ ਕੁਝ ਕਰਾ ਲਿਆ, ਮਨਸ਼ਾ ਕੀ ਹੋ ਸਕਦੀ ਉਹਨਾਂ ਲੋਕਾਂ ਦੀ? ਕੀ ਲੱਗਦਾ ਤੁਹਾਨੂੰ? ਮਨਸ਼ਾ ਉਹਨਾਂ ਦੀ, ਜਿਵੇਂ ਕਿ ਸਰਕਾਰ ਨੇ ਤੀਰਥ ਬਹੁਤ ਖੂਬਸੂਰਤ ਬਣਾ ਤਾਂ ਦਿੱਤਾ, ਪਰ ਜਿਹੜਾ ਨਾਮ ਉਹਦਾ ਅੱਜ ਵੀ ਰਾਮ ਤੀਰਥ ਦੇ ਨਾਂ 'ਤੇ ਹੀ ਬੋਲਿਆ ਜਾਂਦਾ, ਤਾਂ ਕਿ ਉਹਨਾਂ ਦੇ ਇਹੀ ਪਲੈਨਿੰਗ ਹੈ ਵੀ ਜਿਹੜਾ ਕਬਜ਼ਾ ਉੱਥੇ ਮਨੂਵਾਦੀਆਂ ਦਾ ਹੋਣਾ ਚਾਹੀਦਾ, ਮਨੂਵਾਦੀ ਸੋਚ ਦਾ ਹੋਣਾ ਚਾਹੀਦਾ। ਜਿਹੜੀ ਵਿਚਾਰਧਾਰਾ ਉੱਥੇ ਜਿਹੜੀ ਤੀਰਥ ਦੇ ਅੰਦਰ ਆ, ਉੱਥੇ ਸਾਰੀ ਮਨੂਵਾਦੀ ਦੇ ਤਰੀਕੇ ਦੇ ਸਿਸਟਮ ਦੇ ਨਾਲ ਹੋਣੀ ਚਾਹੀਦੀ ਹੈ। ਕੀ ਮੰਗ ਕੀ ਹੈ ਤੁਹਾਡੀ? ਚਾਹੁੰਦੇ ਕੀ ਹੋ ਤੁਸੀਂ? ਸਾਡੀ ਇਹੀ ਮੰਗ ਵਾ, ਜੇ ਗਿਰਧਾਰੀ ਨਾਥ ਜੀ ਜਿਹੜੇ ਸਾਡੇ ਸੰਤ ਵਾ, ਜਿਹੜਾ ਸਾਡੇ ਸੰਤ ਸਮਾਜ ਤੇ ਜਿਹੜੇ 5 ਜਣਿਆਂ ਦੇ ਪਰਚਾ ਦਰਜ ਕੀਤਾ, 2 ਜਣਿਆਂ ਨੂੰ ਅਰੈਸਟ ਕੀਤਾ, ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਔਰ ਇਸ ਪਰਚੇ ਨੂੰ ਰੱਦ ਕੀਤਾ ਜਾਵੇ। ਨਹੀਂ ਤਾਂ ਲੋਕਡਾਊਨ ਹੋਣ ਦੇ ਬਾਵਜੂਦ ਵੀ ਜਿਹੜਾ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਵਾ ਵੱਡੇ ਪੱਧਰ ਤੇ ਖਰਾਬ ਕੀਤਾ ਜਾਊਗਾ। ਹੁਣ ਤੁਹਾਡਾ ਕੀ ਪ੍ਰੋਗਰਾਮ ਹੈਗਾ? ਇਸ ਟਾਈਮ ਇੱਥੇ ਇੱਕ ਰੋਸ ਮੁਜ਼ਾਹਰਾ ਕੀਤਾ ਜਾਊਗਾ ਤੇ ਪੁਤਲਾ ਫੂਕਿਆ ਜਾਊਗਾ ਸਰਕਾਰ ਦਾ। ਲੋਕਾਂ ਦੀ ਆਵਾਜਾਈ ਸੜਕ ਤੋਂ ਇੱਦਾਂ ਦੀ ਕੋਈ ਨਹੀਂ ਹੈਗੀ, ਕੋਈ ਜਾਮ ਨਹੀਂ ਲਾਇਆ ਜਾਊਗਾ, ਕੋਈ ਆਵਾਜਾਈ ਨਹੀਂ ਬੰਦ ਕੀਤੀ ਜਾਊਗੀ। ਸਿਰਫ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਊਗੀ ਔਰ ਰੋਸ ਪ੍ਰਦਰਸ਼ਨ ਕੀਤਾ ਜਾਊਗਾ। ਸੋ ਇਹਨਾਂ ਦਾ ਕਹਿਣਾ ਹੈਗਾ ਕਿ ਸਾਡੀ ਮੰਗ ਹੈਗੀ ਆ ਕਿ ਉਹ ਪਰਚਾ ਝੂਠਾ ਹੈਗਾ, ਉਹਨੂੰ ਰੱਦ ਕੀਤਾ ਜਾਵੇ। ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੈਗੇ ਨੇ ਇੱਥੇ, ਆਪਾਂ ਉਹਨਾਂ ਕੋਲ ਵੀ ਜਾਣ ਲੈਂਦੇ ਆ। ਨੋਬਲਜੀਤ ਸਿੰਘ ਜੀ, ਤੁਸੀਂ ਇਹਨਾਂ ਦੇ ਸਮਰਥਨ ਵਾਸਤੇ ਨਾਲ ਆਏ ਹੋ? ਹਾਂਜੀ, ਅਸੀਂ ਇਸ ਸਮਾਜ ਦੇ ਸਾਰੇ ਸਮਰਥਨ ਦੇ ਨਾਲ ਅਸੀਂ ਸਿੱਖ ਕੌਮ ਵੱਲੋਂ ਅਸੀਂ ਖੜੇ ਆ, ਮੋਢੇ ਨਾਲ ਮੋਢਾ ਜੋੜ ਕੇ। ਤੁਹਾਨੂੰ ਵੀ ਲੱਗਦਾ ਕਿ ਪਰਚਾ ਝੂਠਾ? ਦੇਖੋ, ਅਸੀਂ ਨਾ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇਖ ਰਹੇ ਹਾਂ। ਰਾਜਨੀਤਿਕ ਧਿਰ ਕੋਈ ਵੀ ਹੋਵੇ, ਭਲਾ ਕਾਂਗਰਸ ਆ, ਭਲਾ ਅਕਾਲੀ ਆ, ਇਹਨਾਂ ਦਾ ਹਰੇਕ ਦਾ ਇਹ ਹਮੇਸ਼ਾ ਜ਼ੋਰ ਲੱਗਾ ਰਹਿੰਦਾ ਵੀ ਕੋਈ ਇੰਨੀ ਤਾਕਤ ਨਾ ਆ ਜਾਵੇ ਕਿ ਵੀ ਸਾਡੀ ਗੱਦੀ ਹਿੱਲੇ। ਹੁਣ ਜਿਹੜਾ ਇਹ ਮਸਲਾ ਆ, ਇਹ ਵੀ ਇਸ ਤਰੀਕੇ ਨਾਲ ਹੀ ਆ, ਜਿੱਦਾਂ ਇਹ ਗੱਲ ਸੁਣਨ 'ਚ ਆਈ ਆ ਵੀ ਇੱਕ ਔਰਤ ਜਿਹੜੀ ਵੱਧ ਚੱਲਣ ਔਰਤ ਆ ਤੇ ਉਹਨੇ ਇੱਕ ਅਡੰਬਰ ਰਚ ਕੇ, ਸਾਨੂੰ ਪਤਾ ਹੀ ਆ ਵੀ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਕਿੱਦਾਂ ਕੰਮ ਕਰਦਾ, ਕਿੱਦਾਂ ਝੂਠੇ ਕੇਸ ਬਣਦੇ ਆ, ਕਿੱਦਾਂ ਉਹਨੂੰ ਪੋਸਟ ਪਨਾਹੀ ਮਿਲਦੀ, ਇਹ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਆ ਇਹਦੇ ਵਿੱਚ। ਤੇ ਇਹ ਜਿਹੜਾ ਹੁਣ ਮਸਲਾ ਹੋਇਆ ਆ, ਇਹਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ, ਅਸੀਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਉਹ ਇਸ ਮਸਲੇ ਨੂੰ ਸੀਰੀਅਸ ਲੈਣ ਤੇ ਇਹ ਮਸਲਾ ਜਿਹੜਾ ਉਹ ਰੱਦ ਹੋਣਾ ਚਾਹੀਦਾ ਆ। ਤੇ ਪੰਜਾਬ ਗੌਰਮੈਂਟ ਨੂੰ ਵੀ ਚਾਹੀਦਾ ਇਹ ਗੱਲ ਕਿ ਵੀ ਉਹ ਇਹਨੂੰ ਤੁਰੰਤ ਰੱਦ ਕਰੇ। ਜੇ ਉਹ ਇੱਦਾਂ, ਕਿਉਂਕਿ ਉਹ ਇੱਕ ਸਧਾਰਨ ਵਿਅਕਤੀ ਨਹੀਂ ਹੈਗਾ, ਉਹ ਇੱਕ ਸਮਾਜ ਦੀ ਅਗਵਾਈ ਕਰਦਾ ਆ। ਤੇ ਹੁਣ ਇਹ ਬ੍ਰਾਹਮਣਵਾਦੀ ਜਿਹੜੀਆਂ ਤਾਕਤਾਂ, ਉਹਨਾਂ ਦੀ ਇਹ ਹਮੇਸ਼ਾ ਹੀ ਮਨਸਾ ਰਹੀ ਆ ਕਿ ਵੀ ਇੰਡੀਆ ਦੇ ਵਿੱਚ ਕੋਈ ਵੀ ਕੌਮ ਹੈਗੀ ਆ,
ਉਹਨੂੰ ਹਿੰਦੂਜ਼ਮ ਦੇ ਵਿੱਚ ਲਿਆਓ, ਉਹਨੂੰ ਬ੍ਰਾਹਮਣ ਦੇ ਵਿੱਚ ਗਰ ਕਰੋ। ਸਾਡੇ ਅਕਾਲ ਤਖਤ ਸਾਹਿਬ ਤੇ ਇਹਨਾਂ ਦਾ ਅੱਡੀ ਚੋਟੀ ਦਾ ਇਹ ਗੱਲ ਦਾ ਜ਼ੋਰ ਲੱਗਦਾ ਵੀ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਆਪਣੇ ਥੱਲੇ ਰੱਖੋ। ਇੱਦਾਂ ਹੀ ਬੁੱਧਾਂ ਦੇ ਨਾਲ ਲੱਗਦਾ। ਹੁਣ ਇੱਦਾਂ ਹੀ ਇਹ ਮਸਲਾ ਆ, ਇਹ ਬਾਲਮੀਕ ਕਮਿਊਨਿਟੀ ਦੇ ਨਾਲ ਵੀ ਇਹ ਇਸ ਤਰੀਕੇ ਨਾਲ ਹੋ ਰਿਹਾ। ਉਹਨਾਂ ਨੂੰ ਐ ਲੱਗਦਾ ਵੀ ਇਹ ਸਾਰੇ ਜਾਣੇ ਜਿਹੜੇ ਇਕੱਠੇ ਹੋ ਕੇ ਕਿਤੇ ਹਕੂਮਤ ਲਈ ਖਤਰਾ ਨਾ ਕੋਈ ਬਣ ਜਾਣ, ਤੇ ਇਸ ਕਰਕੇ ਉਹ ਇਹਨੂੰ ਸਿੱਧੇ ਤਰੀਕੇ ਦੇ ਨਾਲ ਇਹ ਸਾਰੀ ਮੂਵਮੈਂਟ ਇਸ ਕੌਮ ਨੂੰ ਜਿਹੜਾ ਆ ਉਹ ਦਬਾਉਣਾ ਚਾਹੁੰਦੇ ਆ। ਪਰ ਅਸੀਂ ਇਹਦੇ ਖਿਲਾਫ ਸਾਰੇ ਅਸੀਂ ਡਟ ਕੇ ਖੜੇ ਆ ਵੀ ਘੱਟੋ ਘੱਟ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਐਸੀ ਰਾਜਨੀਤੀ ਜਾਂ ਐਸਾ ਧੱਕਾ ਆ ਅਸੀਂ ਨਹੀਂ ਹੋਣ ਦੇਵਾਂਗੇ। ਤੇ ਅਸੀਂ ਉਹਦੇ ਲਈ ਹੁਣ ਅਸੀਂ ਸਾਰੇ ਇੱਥੇ ਪ੍ਰੋਟੈਸਟ 'ਚ ਆਏ ਆ। ਨੋਬਲਜੀਤ ਸਿੰਘ, ਇੱਕ ਸਵਾਲ ਮੈਂ ਹੋਰ, ਉਸ ਤੋਂ ਪਹਿਲਾਂ ਮੈਂ ਦਿਖਾਉਣਾ ਚਾਹੂੰਗਾ ਕਿ ਵੱਡੀ ਗਿਣਤੀ ਵਿੱਚ ਨੌਜਵਾਨ, ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਨੇ, ਦਰੀਆਂ ਵਿਛ ਚੁੱਕੀਆਂ ਨੇ। ਹੁਸ਼ਿਆਰਪੁਰ ਤੋਂ ਟਾਂਡੇ ਨੂੰ ਜਿਹੜੀ ਰੋਡ ਜਾਂਦੀ ਹੈਗੀ, ਰਸਤੇ 'ਚ ਕਸਬਾ ਬੁੱਲੋਵਾਲ ਪੈਂਦਾ ਹੈਗਾ। ਬੁੱਲੋਵਾਲ ਦੇ ਇੱਕ ਚੌਂਕ ਦੇ ਵਿੱਚ ਇਹ ਪ੍ਰਦਰਸ਼ਨ ਹੋ ਰਿਹਾ ਹੈਗਾ। ਨੋਬਲਜੀਤ ਸਿੰਘ ਜੀ, ਇਹ ਮੈਂ ਸਾਰਾ ਕੁਝ ਦਿਖਾਇਆ ਤਾਂ ਹੈਗਾ ਆਪਣੇ ਦਰਸ਼ਕਾਂ ਨੂੰ, ਜਿਹੜੇ ਆਮ ਲੋਕ ਨੇ ਘਰਾਂ ਵਿੱਚ ਬੈਠੇ ਨੇ, ਜਿਨ੍ਹਾਂ ਦੇ ਅੰਦਰ ਕਰੋਨਾ ਦਾ ਖੌਫ ਹੈਗਾ। ਉਹ ਕਹਿੰਦੇ ਕਿ ਸਰਕਾਰ ਕਹਿੰਦੀ ਹੈ ਕਿ ਤੁਸੀਂ ਡਿਸਟੈਂਸ ਦੂਰੀ ਬਣਾ ਕੇ ਰੱਖੋ, ਤੁਸੀਂ ਇਕੱਠੇ ਨਾ ਹੋਵੋ, ਕਰੋਨਾ ਵਾਇਰਸ ਫੈਲਦਾ। ਪਰ ਮਸਲਾ ਜਿੱਦਾਂ ਤੁਸੀਂ ਦੱਸਿਆ, ਤੁਹਾਡੇ ਤੋਂ ਪਹਿਲਾਂ ਵਿਕਾਸ ਜੀ ਨੇ ਵੀ ਦੱਸਿਆ ਕਿ ਮਸਲਾ ਗੰਭੀਰ ਹੈਗਾ। ਅਸੀਂ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਅਸੀਂ ਵੱਡੀ ਪੱਧਰ ਤੇ ਸਾਰਾ ਕੁਝ ਕਰਾਂਗੇ। ਕੀ ਕਹਿਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਜਿਹੜੇ ਘਰਾਂ ਵਿੱਚ ਬੈਠੇ ਆ, ਜਿਹੜੇ ਸ਼ਾਇਦ ਇਹ ਸੋਚਦੇ ਹੋਣਗੇ ਕਿ ਤੁਸੀਂ ਕਰੋਨਾ ਵਾਇਰਸ ਫੈਲਾਉਣ ਦੀ ਵਜ੍ਹਾ ਬਣ ਰਹੇ ਆ? ਨਹੀਂ, ਇਹ ਇਦਾਂ ਦੀ ਕੋਈ ਗੱਲ ਨਹੀਂ ਵੀ ਕਰੋਨਾ ਵਾਇਰਸ ਫੈਲਾਉਣ ਦੀ ਵਜ੍ਹਾ ਬਣ ਰਹੇ ਆ। ਅਸੀਂ ਇੱਥੇ ਜਿਹੜੇ ਸਾਰੇ ਲੋਕ ਆਏ ਆ, ਕਾਫੀ ਜਿਹੜੇ ਉਹ ਡਿਸਟੈਂਸ ਤੇ ਵੀ ਖੜੇ ਆ, ਪਰ ਕਿਸੇ ਵੇਲੇ ਇਦਾਂ ਭੀੜ ਹੋ ਵੀ ਜਾਂਦੀ ਆ। ਪਰ ਅਸੀਂ ਇੱਥੋਂ ਬਾਰ-ਬਾਰ ਇਹ ਗੱਲ ਨੂੰ ਅਨਾਉਂਸ ਕਰ ਰਹੇ ਆ ਵੀ ਸਾਰੇ ਜਾਣੇ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ। ਪਰ ਗੱਲ ਫਿਰ ਉੱਥੇ ਆਂਦੀ ਆ, ਗੱਲ ਫਿਰ ਉੱਥੇ ਆਂਦੀ ਆ ਇਸ ਗੱਲ ਦੀ ਕਿ ਜੇ ਹਕੂਮਤ ਜਿਹੜੇ ਉਹ ਸਾਰੇ ਆਪਣੇ ਕੰਮ ਕਰ ਰਹੀ ਆ ਤੇ ਉਹ ਧੱਕਾ ਵੀ ਹੋ ਰਿਹਾ, ਤੇ ਹਕੂਮਤ ਇਹ ਵੀ ਕਹਿੰਦੀ ਵੀ ਤੂੰ ਧੱਕੇ ਦੇ ਖਿਲਾਫ ਇਕੱਠੇ ਵੀ ਨਾ ਹੋਵੋ। ਮਤਲਬ ਸ਼ਾਇਦ ਤੁਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਹਕੂਮਤ ਉਦਾਂ ਦੇ ਕੰਮ ਕਰੇ ਹੀ ਨਾ ਵੀ ਜਿਹਦੇ ਕਰਕੇ ਲੋਕਾਂ ਨੂੰ ਸੜਕਾਂ ਤੇ ਆਉਣਾ ਪਵੇ, ਇਦਾਂ ਹੀ? ਬਿਲਕੁਲ, ਇਹ ਗੱਲ ਇਹ ਕਲੀਅਰ ਆ ਗੱਲ। ਇਹ ਦੇਖੋ, ਇੱਥੇ ਸਾਰੇ ਜਿਹੜੇ ਲੋਕ ਆ ਇਹ ਕਿਤੇ ਭੱਜ ਤਾਂ ਨਹੀਂ ਜਾਣੇ। ਜੇ ਕੋਈ ਗੱਲ ਐਸੀ ਹੈ ਤੇ ਉਹਨੂੰ ਇਨਵੈਸਟੀਗੇਟ ਕੀਤਾ ਜਾ ਸਕਦਾ, ਤੇ ਜਦੋਂ ਹਾਲਾਤ ਸੁਧਰਦੇ ਆ ਤੇ ਉਹ ਹਾਲਾਤਾਂ ਸੁਧਰਨ ਦੀ ਵੇਟ ਕੀਤੀ ਜਾ ਸਕਦੀ। ਆਪ ਤਾਂ ਜਿਹੜੀ ਹਕੂਮਤ ਉਹ ਵੇਟ ਕਰਨ ਨੂੰ ਤਿਆਰ ਨਹੀਂ, ਤੇ ਸਾਨੂੰ ਕਹਿੰਦੀ ਆ ਤੁਸੀਂ ਘਰਾਂ 'ਚ ਬਹਿ ਜਾਓ। ਤੇ ਜਿਹੜੇ ਫਿਰ ਲੋਕ ਸਾਰੇ ਜਿਹੜੇ ਇਸ ਗੱਲ ਤੋਂ ਪੀੜਤ ਆ, ਉਹ ਸਾਰਿਆਂ ਦੀ ਮਾਨਸਿਕਤਾ ਨੂੰ ਇੱਕ ਗਹਿਰੀ ਸੱਟ ਲੱਗੀ ਆ, ਤੇ ਉਹ ਤਾਂ ਕਰਕੇ ਸੜਕਾਂ ਤੇ ਆ। ਕਿਸੇ ਨੂੰ ਲੋੜ ਨਹੀਂ ਪਈ ਵੀ ਉਹ ਆਪਣੀ ਮੌਤ ਦੇ ਨਾਲ ਖੇਲੇ। ਇਹ ਸਾਰੇ ਲੋਕ ਆਪਣੀ ਮਾਨਸਿਕ ਤੌਰ ਤੇ ਪੀੜਤ ਆ, ਤਾਂ ਇੱਥੇ ਆਏ ਆ। ਇਹ ਕੋਈ ਮੌਤ ਨਾਲ ਖੇਡਣ ਨਹੀਂ ਆਏ ਇੱਥੇ। ਮੈਨੂੰ ਲੱਗਦਾ ਕਿ ਜਿਵੇਂ ਇਹਨਾਂ ਦੇ ਮਨ 'ਚ ਇੱਕ ਰੋਸ ਹੈਗਾ ਔਰ ਇੱਕ ਗੁੱਸਾ ਵੀ ਹੈਗਾ ਆਮ ਲੋਕਾਂ ਦੇ। ਮੈਂ ਤੁਹਾਨੂੰ ਉੱਥੇ ਲਾਗੇ ਲੈ ਚੱਲਦਾ ਹੈਗਾ, ਲੋਕਾਂ ਦੇ ਮਨਾਂ ਵਿੱਚ ਵੀ ਰੋਸ ਹੈਗਾ। ਇਹਨਾਂ ਦਾ ਕਹਿਣਾ ਹੈਗਾ ਕਿ ਸਰਕਾਰਾਂ ਉਹ ਕੰਮ ਕਰਨ ਹੀ ਨਾ ਜਿਹੜੇ ਕੰਮ ਕਰਨ ਦੀ ਵਜ੍ਹਾ ਕਰਕੇ ਲੋਕਾਂ ਨੂੰ, ਆਮ ਲੋਕਾਂ ਨੂੰ, ਘੱਟ ਗਿਣਤੀਆਂ ਨੂੰ ਸੜਕਾਂ ਦੇ ਉੱਪਰ ਉਤਰਨਾ ਪੈ ਰਿਹਾ ਹੈਗਾ। ਸੋ ਤੁਸੀਂ ਦੇਖ ਸਕਦੇ ਆ ਵੱਡੀ ਗਿਣਤੀ ਵਿੱਚ ਨੌਜਵਾਨ, ਜਿਨ੍ਹਾਂ ਵਿੱਚ ਬੀਬੀਆਂ ਵੀ ਸ਼ਾਮਲ ਨੇ, ਧੁੱਪ ਦੇ ਵਿੱਚ, ਇੰਨੀ ਧੁੱਪ ਦੇ ਵਿੱਚ ਇੱਥੇ ਬੈਠੇ ਨੇ। ਆਖਰ ਸਰਕਾਰਾਂ ਇੱਦਾਂ ਦੇ ਕੰਮ ਕਰਦੀਆਂ ਹੀ ਕਿਉਂ ਨੇ, ਜਿਹਦੀ ਵਜ੍ਹਾ ਕਰਕੇ ਲੋਕਾਂ ਨੂੰ ਸੜਕਾਂ ਦੇ ਉੱਪਰ ਉਤਰਨਾ ਪੈਂਦਾ ਹੈਗਾ। ਕਿਉਂਕਿ ਕਿਹਦਾ ਚਿੱਤ ਕਰਦਾ ਹੈਗਾ ਕਿ ਇੰਨੀ ਗਰਮੀ ਦੇ ਵਿੱਚ ਸੜਕਾਂ ਦੇ ਉੱਪਰ ਉਤਰਿਆ ਜਾਵੇ। ਔਰ ਤੁਸੀਂ ਦੇਖ ਸਕਦੇ ਆ ਵੱਡੀ ਗਿਣਤੀ ਵਿੱਚ ਬੀਬੀਆਂ ਔਰ ਨੌਜਵਾਨ, ਬੁਲਾਰੇ ਵੱਖ-ਵੱਖ ਜਿਹੜੇ ਹੈਗੇ ਨੇ ਬੋਲ ਰਹੇ ਨੇ। ਇਹਨਾਂ ਸਾਰਿਆਂ ਦਾ ਇਲਜ਼ਾਮ ਹੈਗਾ ਕਿ ਸਮੇਂ ਦੀ ਹਕੂਮਤ, ਸਮੇਂ ਦੀ ਸਰਕਾਰ ਧੱਕਾ ਕਰ ਰਹੀ ਹੈਗੀ ਆ, ਔਰ ਝੂਠਾ ਪਰਚਾ ਇਹਨਾਂ ਦਾ ਕਹਿਣਾ ਹੈਗਾ ਜਿਹੜਾ ਦਰਜ ਕੀਤਾ ਗਿਆ ਹੈਗਾ ਉਹ ਪਰਚਾ ਰੱਦ ਕੀਤਾ ਜਾਵੇ। ਸੋ ਦੇਖਦੇ ਹਾਂ ਆਉਂਦੇ ਦਿਨਾਂ ਦੇ ਵਿੱਚ ਪਰਚਾ ਰੱਦ ਹੁੰਦਾ ਹੈ ਜਾਂ ਇੱਥੇ ਵੀ ਜੋ ਹਾਲਾਤ ਬਣੇ ਨੇ ਇਹਦਾ ਕੀ ਨਤੀਜਾ ਨਿਕਲਦਾ ਹੈਗਾ, ਇਹ ਆਉਂਦੇ ਦਿਨਾਂ 'ਚ ਪਤਾ ਲੱਗੂਗਾ। ਸੋ ਤੁਸੀਂ ਦੇਖਿਆ ਪ੍ਰਦਰਸ਼ਨ ਹੋ ਰਿਹਾ ਹੈਗਾ। ਹੋਰ ਵੀ ਸੱਜਣ ਸਾਡੇ ਨਾਲ ਹੈਗੇ, ਆਪਾਂ ਉਹਨਾਂ ਦੇ ਰਿਵਿਊ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਬਾਬਾ ਜੀ ਦੇ ਪਿਤਾ ਜੀ ਜਿਨ੍ਹਾਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਉਹ ਵੀ ਸਾਡੇ ਨਾਲ ਨੇ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਗਰਧਾਰੀ ਨਾਥ ਜੀ, ਤੁਸੀਂ ਉਹਨਾਂ ਦੇ ਪਿਤਾ ਜੀ ਹੋ? ਹਾਂਜੀ। ਅੱਛਾ, ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦੇ ਉੱਤੇ ਮੁਕੱਦਮਾ ਦਰਜ ਹੋਇਆ, ਕੀ ਕਹਿਣਾ ਚਾਹੁੰਦੇ ਹੋ? ਇਹ ਝੂਠਾ ਹੈ ਮੁਕੱਦਮਾ। ਮੁਕੱਦਮਾ ਝੂਠਾ ਜੀ, ਜੀ ਝੂਠਾ ਮੁਕੱਦਮਾ ਹੋਇਆ ਜੀ। ਅੱਛਾ ਹਾਂਜੀ। ਅੱਛਾ, ਤੁਸੀਂ ਕਿੱਦਾਂ ਕਹਿ ਸਕਦੇ ਕਿ ਮੁਕੱਦਮਾ ਝੂਠਾ ਆ? ਕੀ ਲਾਗਤਬਾਜ਼ੀ ਸੀ ਕਿਸੇ ਦੇ ਨਾਲ ਤਾਂ ਹੋਇਆ ਇਹ? ਹਾਂਜੀ, ਕਿਸੇ ਦੇ ਨਾਲ ਲਾਗਤਬਾਜ਼ੀ? ਜੀ, ਤੁਸੀਂ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਜੀ। ਮੈਂ ਜ਼ਿਲ੍ਹਾ ਜਨਰਲ ਸੈਕਟਰੀ ਜਲੰਧਰ ਬਹੁਜਨ ਸਮਾਜ ਪਾਰਟੀ ਤੇ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਦਾ ਵਾਈਸ ਪ੍ਰੈਜ਼ੀਡੈਂਟ ਪੰਜਾਬ ਆ ਡੇਰੇ ਵੱਲੋਂ। ਇਹ ਜੋ ਮੁਕੱਦਮਾ ਸੰਤਾਂ ਤੇ ਦਰਜ ਕੀਤਾ ਬਿਲਕੁਲ ਸਾਜ਼ਿਸ਼ ਦੇ ਅਧੀਨ ਕੀਤਾ ਗਿਆ। ਜੋ 3 ਸਾਲ ਤੋਂ ਸਤਿਗੁਰਾਂ ਨੂੰ ਗੱਦੀ ਮਿਲੀ ਤਾਂ ਤੋਂ ਹੀ ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਅਧੀਨ ਇਹਨਾਂ ਨੇ ਕਬਜ਼ਾ ਲੈਣ ਵਾਸਤੇ
ਡੇਰੇ ਦਾ, ਕਿਉਂਕਿ ਡੇਰੇ ਦੀ ਜ਼ਮੀਨ ਵੀ ਹੈ ਜੋ ਸੰਤਾਂ ਦੇ ਨਾਂ ਵਸੀਅਤ ਹੋਈ ਹੈ। ਪੂਰਨਨਾਥ ਮਹਾਰਾਜ ਜੀ ਵਸੀਅਤ ਕਰਕੇ ਗਏ ਆ। ਇਹ ਤਾਤੋਂ ਹੀ ਕਿੰਤੂ ਪ੍ਰੰਤੂ ਕਰਦੇ ਆਏ ਕੁਝ ਸਾਡੀ ਕੌਮ ਦੇ ਜੋ ਸੰਤ ਕਹਾਉਂਦੇ ਆ ਹੈ ਭਵਿੱਖਣ ਆ। ਤੇ ਇੱਕ ਤਰਸੇਮ ਸਿੰਘ ਸਿਆਲਕਾ ਜੋ ਕਾਂਗਰਸ ਦਾ ਪਿੱਠੂ ਹੈ, ਉੱਥੋਂ ਦਾ ਐਸਸੀ ਕਮਿਸ਼ਨ ਦਾ ਚੇਅਰਮੈਨ ਆ, ਜਿਸ ਨੇ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਸਾਡੇ ਸੰਤਾਂ ਤੇ ਪਰਚਾ ਝੂਠਾ ਕੀਤਾ ਆ। ਅਸੀਂ 18 ਤਰੀਕ ਨੂੰ ਜਦੋਂ ਸੰਤਾਂ ਤੇ ਪਰਚਾ ਹੋਇਆ ਤੇ ਸਾਨੂੰ ਪਿੰਡ ਪਤਾ ਲੱਗਾ ਕਿ ਸੰਤਾਂ ਨੂੰ ਪੁਲਿਸ ਲੈ ਗਈ ਹੈ। ਉਸ ਡੇਰੇ ਤੋਂ ਫੋਨ ਆਇਆ ਤਾਂ ਅਸੀਂ ਡੇਰੇ ਵੱਲ ਨੂੰ ਭੱਜੇ ਗਏ। ਤਾਂ ਜਦੋਂ ਅਸੀਂ ਡੇਰੇ ਵਿੱਚ ਗਏ ਸਾਨੂੰ ਪਤਾ ਲੱਗਾ ਸੰਤਾਂ ਨੂੰ ਜੋ ਹੈ ਪੁਲਿਸ ਲਾਈਨ ਜੋ ਅੰਮ੍ਰਿਤਸਰ ਦੀ ਆ ਉੱਥੇ ਰੱਖਿਆ ਗਿਆ। ਅਸੀਂ ਉਸ ਪੁਲਿਸ ਲਾਈਨ ਵਿੱਚ ਪਹੁੰਚੇ ਤਾਂ ਉੱਥੇ ਦੇ ਅਫਸਰਾਂ ਨੂੰ ਅਸੀਂ ਨਾਅਰਿਆਂ ਰਾਹੀਂ ਔਰ ਸਾਡੇ ਪ੍ਰਦਰਸ਼ਨ ਰਾਹੀਂ ਸੂਚਿਤ ਕੀਤਾ ਕਿ ਅਸੀਂ ਸੰਤਾਂ ਨੂੰ ਮਿਲਣਾ ਚਾਹੁੰਦੇ ਹਾਂ। ਸਾਡੇ ਕੋਲ ਉੱਥੇ ਦੇ ਪ੍ਰਸ਼ਾਸਨ ਕੁਝ ਪਹੁੰਚਿਆ, ਕਹਿੰਦਾ ਅਸੀਂ ਤੁਹਾਨੂੰ ਸੰਤਾਂ ਨੂੰ ਮਿਲਾ ਦਿੰਦੇ ਹਾਂ। ਉੱਥੋਂ ਦਾ ਜੋ ਐਸਐਸਪੀ ਆ ਦੁੱਗਲ, ਜਿਸ ਨੇ ਸੰਤਾਂ ਤੇ ਝੂਠਾ ਪਰਚਾ ਦਰਜ ਕੀਤਾ, ਪ੍ਰਸ਼ਾਸਨ ਦੇ ਵਿੱਚ ਐਸਐਸਪੀ ਰੈਂਕ ਦੇ ਵਿੱਚ ਅਸੀਂ ਉਸ ਨੂੰ ਫੋਨ ਲਾਉਂਦੇ ਆ, ਉਸ ਨੇ ਆਪਣੇ ਫੋਨ ਬੰਦ ਕਰ ਲਏ। ਅਸੀਂ ਰਿਆਇਤ ਤੇ ਜਾਂਦੇ ਆ, ਉਸ ਦੇ ਦਫ਼ਤਰ ਗਏ, ਉਹ ਸਾਨੂੰ ਕਿਤੇ ਨਹੀਂ ਮਿਲਿਆ। ਆਖਰ ਨੂੰ ਅਸੀਂ ਵਾਪਸ ਆਪਣੇ ਡੇਰੇ ਆ ਜਾਂਦੇ ਆ। 8 ਵਜੇ ਦੇ ਕਰੀਬ ਕੁਝ ਭਵਿੱਖਣ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਸਾਡੇ ਡੇਰੇ ਤੇ ਹਮਲਾ ਕਰ ਦਿੰਦੇ ਆ। ਉਸ ਟਾਈਮ ਸਾਡੇ ਜੋ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ ਆ, ਉਹਨਾਂ ਨੇ ਸੰਗਤਾਂ ਨੂੰ ਸੂਚਿਤ ਕੀਤਾ ਕਿ ਆਪਣੇ ਡੇਰੇ ਨੂੰ ਜੋ ਹੈ ਚਾਰੋਂ ਤਰਫ ਤੋਂ ਬੰਦ ਕੀਤਾ ਜਾਵੇ। ਅਸੀਂ ਚਾਰੋਂ ਤਰਫ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਆਪਣੀ ਪ੍ਰੋਟੈਕਸ਼ਨ ਵਾਸਤੇ ਖੜ ਗਏ। ਅਸੀਂ ਜਦੋਂ ਇਕੱਠੇ ਹੋਏ ਤਾਂ ਅੰਦਰ ਜੋ ਪੁਲਿਸ ਪ੍ਰਸ਼ਾਸਨ ਜੁੱਤੀਆਂ ਲੈ ਕੇ ਸਾਡੇ ਡੇਰੇ ਦੇ ਉੱਤੇ ਚੜ੍ਹਿਆ ਹੋਇਆ ਸੀ, ਅਸੀਂ ਉਹਨਾਂ ਨੂੰ ਲਲਕਾਰਿਆ ਤਾਂ ਉਹ ਸਭ ਭੱਜ ਗਏ। ਪਰ ਪੁਲਿਸ ਪ੍ਰਸ਼ਾਸਨ ਫਿਰ ਵੀ ਉੱਥੇ ਡਟਿਆ ਰਿਹਾ, ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਦੂਸਰੇ ਦਿਨ ਬਹੁਤ ਸਾਰੀਆਂ ਸੰਗਤਾਂ ਅਜੇ ਕੋਈ ਇਸ਼ਨਾਨ ਕਰ ਰਿਹਾ ਸੀਗਾ, ਕੋਈ ਚਾਹ ਪਾਣੀ ਲੰਗਰ ਛਕ ਰਿਹਾ ਸੀਗਾ ਤੇ 7:30 ਵਜੇ ਦੇ ਕਰੀਬ ਫਿਰ ਸਾਡੇ ਡੇਰੇ ਦੇ ਉੱਤੇ ਹਮਲਾ ਹੋ ਗਿਆ ਨਿਹੰਗ ਸਿੰਘਾਂ ਨੂੰ ਲੈ ਕੇ। ਉਹ ਨਿਹੰਗ ਸਿੰਘ ਨਹੀਂ, ਉਹ ਬਾਣੇ ਵਿੱਚ ਐਵੇਂ ਹੀ ਬਣੇ ਹੋਏ ਨਿਹੰਗ ਜਿਹੜੇ ਆ ਉਹ ਪਹੁੰਚੇ ਤੇ ਉਹਨਾਂ ਨੇ ਜੋ ਸੰਤ ਆ ਸਾਡੇ ਭਵਿੱਖਣ ਆ ਇਸ ਕਾਰਜਕ੍ਰਮ ਵਿੱਚ ਜੋ ਸ਼ਾਮਲ ਆ, ਉਹ ਉਹਨਾਂ ਨੂੰ ਨਾਲ ਲੈ ਕੇ ਪਹੁੰਚੇ। ਫਿਰ ਉਹਨਾਂ ਨੇ ਸਾਡੇ ਡੇਰੇ ਤੇ ਹਮਲਾ ਕਰਨਾ ਚਾਹਿਆ, ਜਿਨ੍ਹਾਂ ਨੂੰ ਫਿਰ ਅਸੀਂ ਖੁਦੇੜ ਦਿੱਤਾ ਤੇ ਅਸੀਂ ਇੱਕ ਫਿਰ ਰਾਇ ਕੀਤੀ ਜੋ ਡੇਰੇ ਦੀ ਆ ਜੋ ਕਮਾਂਡ ਆ, ਅਸੀਂ ਆਦਿਵਾਸੀ ਗੁਰੂ ਗਿਆਨਨਾਥ ਜੋ ਸਾਡਾ ਕੌਮੀ ਗ੍ਰੰਥ ਆ ਉਸ ਦਾ ਪ੍ਰਕਾਸ਼ ਕਰਕੇ ਉਸ ਨੂੰ ਸੰਭਾਲ ਦਿੱਤੀ ਸਾਰੀ ਕੌਮ ਨੇ। ਹੁਣ ਸਾਡੀ ਜਿਹੜੀ ਕਮਾਂਡ ਹੈ, ਅਸੀਂ ਸਿਰਫ ਉੱਥੇ ਆਪਣਾ ਪਹਿਰਾ ਦੇ ਰਹੇ ਹਾਂ ਤੇ ਸਾਡੀ ਸਾਰੀ ਕਮਾਂਡ ਸਾਡੇ ਕੌਮੀ ਗ੍ਰੰਥ ਕੋਲ ਆ। ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਪੁਲਿਸ ਧੱਕਾ ਕਰ ਰਹੀ ਹੈ, ਸ਼ਰੇਆਮ ਧੱਕਾ ਕਰ ਰਹੀ ਹੈ? ਪੁਲਿਸ ਜੀ ਬਿਲਕੁਲ ਸ਼ਰੇਆਮ ਧੱਕਾ ਕਰ ਰਹੀ ਆ। ਸਾਡੇ ਸੰਤਾਂ ਦੇ ਝੂਠੇ ਪਰਚੇ ਦਰਜ ਕੀਤੇ ਗਏ ਆ, ਸਾਡੇ ਲੋਕਾਂ ਨੂੰ ਤਸੱਦਦ ਕਰ ਰਹੇ ਆ। ਹੁਣ ਤੁਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਆ ਕਿ ਜੋ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਆ, ਜੋ ਅਫਸਰ ਸ਼ਾਮਲ ਆ, ਉਹਨਾਂ ਸਾਰਿਆਂ ਦੀ ਕਾਲ ਡਿਟੇਲ ਕਢਾਈ ਜਾਵੇ। ਜਿਵੇਂ ਸਿਆਲਕਾ ਆ ਤੇ ਔਰ ਐਸਐਸਪੀ ਦੁੱਗਲ ਆ ਤੇ ਐਸਡੀਐਮ ਆ, ਹੋਰ ਪ੍ਰਸ਼ਾਸਨ ਜਿਹੜਾ ਵੀ ਆ, ਜਿਹੜੇ ਉੱਥੇ ਸੰਤ ਹਮਲਾ ਕਰਨ ਗਏ ਆ, ਇਹਨਾਂ ਸਾਰਿਆਂ ਦੀ ਕਾਲ ਡਿਟੇਲ ਕਢਾਈ ਜਾਵੇ ਤੇ ਇਸ ਦਾ ਨਿਸ਼ਚਿਤਤਾ ਆਪਣੇ ਆਪ ਸਾਹਮਣੇ ਆ ਜਾਵੇਗਾ। ਜੇ ਇਦਾਂ ਨਹੀਂ ਹੁੰਦਾ ਫਿਰ ਕੀ ਕਰੋਗੇ? ਜੇਕਰ ਇਸ ਤਰ੍ਹਾਂ ਨਹੀਂ ਹੋਵੇਗਾ ਤੇ ਅਸੀਂ ਅੱਜ ਸੜਕਾਂ ਤੇ ਆਏ ਆ। ਅਸੀਂ ਉਸ ਤੋਂ ਬਾਅਦ ਬਹੁਤ ਭਿਆਨਕ ਜੋ ਆ ਪ੍ਰਦਰਸ਼ਨ ਕਰਾਂਗੇ, ਜਿਸ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਪ੍ਰਸ਼ਾਸਨ ਹੋਵੇਗਾ ਤੇ ਮੌਕੇ ਦੀ ਸਰਕਾਰ ਹੋਵੇਗੀ। ਅੱਛਾ, ਕਰੋਨਾ ਵਾਇਰਸ ਦੇ ਦਿਨ ਚੱਲਦੇ ਪਏ ਹੈਗੇ ਆ, ਸਰਕਾਰ ਤੇ ਲੋਕ ਤੇ ਕਹਿੰਦੇ ਵੀ ਤੁਸੀਂ ਘਰਾਂ ਵਿੱਚ ਰਹੋ, ਤਾਂ ਉਹਦੇ ਸੰਬੰਧ ਤੁਸੀਂ ਕਹਿੰਦੇ ਕਿ ਆਪਾਂ ਤਾਂ ਵੀ ਪ੍ਰਦਰਸ਼ਨ ਕਰਾਂਗੇ, ਸਾਰਾ ਕੁਝ ਕਰਾਂਗੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜੇ ਉਹ ਕਰੋਨਾ ਵਾਇਰਸ ਆ ਇਸ ਟਾਈਮ ਲੋਕਡਾਊਨ ਦੀ ਸਥਿਤੀ ਆ, ਇਹਦਾ ਤਾਂ ਇਹਨਾਂ ਨੂੰ ਵੀ ਪਤਾ ਸੀਗਾ। ਇਹਨਾਂ ਨੇ ਸਿਰਫ ਕਰੋਨਾ ਵਾਇਰਸ ਵਿੱਚ ਔਰ ਸਾਡੇ ਤੇ ਹਮਲਾ ਕੀਤਾ ਤਾਂ ਕਿ ਇਹ ਲੋਕਡਾਊਨ ਦੇ ਵਿੱਚ ਬੈਠੇ ਆ, ਇਹਨਾਂ ਨੂੰ ਡਰਾ ਕੇ ਅੰਦਰ ਰੱਖਿਆ ਜਾਊਗਾ ਤੇ ਡੇਰੇ ਤੇ ਕਬਜ਼ਾ ਕਰ ਲਿਆ ਜਾਊਗਾ।
ਅਸੀਂ ਡੇਰੇ ਤੇ ਬਿਲਕੁਲ ਕਬਜ਼ਾ ਨਹੀਂ ਕਰਨ ਦੇਣਾ ਵੀਰ ਜੀ। ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਚਾਹੇ ਕਰੋਨਾ ਵਾਇਰਸ ਹੈ ਚਾਹੇ ਜੋ ਮਰਜ਼ੀ ਹੈਗਾ ਅਸੀਂ ਸੜਕਾਂ 'ਤੇ ਉਤਰਾਂਗੇ ਹੀ ਉਤਰਾਂਗੇ, ਇਦਾਂ ਹੀ ਆ ਜੀ? ਬਿਲਕੁਲ ਬਿਲਕੁਲ, ਅਸੀਂ ਲੋਕਡਾਊਨ ਦੀ ਸਥਿਤੀ ਨੂੰ ਮਜ਼ਬੂਤ ਰੱਖਦੇ ਹੋਏ ਅਜੇ ਤੱਕ ਅਸੀਂ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਨਹੀਂ ਕੀਤਾ। ਅਸੀਂ ਲੱਖਾਂ ਹੀ ਪ੍ਰੋਟੈਸਟ ਕਰ ਚੁੱਕੇ ਹਾਂ। ਅਸੀਂ ਸਾਰਾ ਆਪਣੇ ਦਾਇਰੇ ਵਿੱਚ ਰਹਿ ਕੇ ਕੰਮ ਕੀਤਾ ਔਰ ਲੋਕਡਾਊਨ ਦੇ ਸਥਿਤੀ ਨੂੰ ਮਜ਼ਬੂਤ ਰੱਖਿਆ। ਪਰ ਜੇ ਇਹ ਨਹੀਂ ਸਾਨੂੰ ਕੋਈ ਇਨਸਾਫ ਮਿਲਿਆ ਤੇ ਸਭ ਲੋਕਡਾਊਨ ਵਗੈਰਾ ਟੁੱਟ ਜਾਵੇਗਾ ਤੇ ਅਸੀਂ ਤਿੱਖਾ ਪ੍ਰਦਰਸ਼ਨ ਕਰਾਂਗੇ ਜਿਸ ਦਾ ਜ਼ਿੰਮੇਦਾਰ ਪ੍ਰਸ਼ਾਸਨ ਹੋਵੇਗਾ। ਉਸ ਵਿੱਚ ਸਰਕਾਰੀ ਨੁਕਸਾਨ ਵੀ ਹੋ ਸਕਦਾ ਆ। ਤੁਸੀਂ ਸਮਝਦੇ ਆ ਜਿਵੇਂ ਕਿ ਬਿਆਨਾ ਕਾਂਡ ਦੇ ਵਿੱਚ ਹੋਇਆ, ਉਹ ਵੀ ਪ੍ਰਸ਼ਾਸਨ ਦੇ ਕਾਰਨ ਹੋਇਆ। ਉਹੋ ਜਿਹਾ ਬਿਆਨਾ ਕਾਂਡ ਅਸੀਂ ਇੱਕ ਘਟਨਾਕ੍ਰਮ ਪੇਸ਼ ਕਰਾਂਗੇ, ਫਿਰ ਇਹ ਜ਼ਿੰਮੇਦਾਰ ਖੁਦ ਹੋਣਗੇ। ਅਸੀਂ ਪਬਲਿਕ ਨੂੰ ਸੰਭਾਲ ਨਹੀਂ ਪਾਵਾਂਗੇ। ਸੋ ਤੁਸੀਂ ਇਹਨਾਂ ਦੇ ਵਿਚਾਰ ਸੁਣੇ ਹੈਗੇ ਨੇ। ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਤਿੱਖਾ ਸੰਘਰਸ਼ ਕਰਾਂਗੇ। ਮੈਂ ਤੁਹਾਨੂੰ ਇੱਕ ਵਾਰੀ ਸੁਣਾਉਣਾ ਚਾਹੂੰਗਾ ਕਿ ਕਿੱਦਾਂ ਨਾਅਰੇਬਾਜ਼ੀ ਹੋ ਰਹੀ ਹੈਗੀ ਆ, ਨਾਅਰਿਆਂ ਦੀ ਆਵਾਜ਼। ਐਸਐਸਪੀ ਅੰਮ੍ਰਿਤਸਰ ਮੁਰਦਾਬਾਦ 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 ਐਸਐਸਪੀ ਅੰਮ੍ਰਿਤਸਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ